ਬੱਚਿਓ, ਅੱਜ ਅਸੀਂ ਆਪਣੀ 8ਵੀਂ ਸ਼੍ਰੇਣੀ ਦੀ ਪਾਠ ਪੁਸਤਕ ਪਹਿਲੀ ਭਾਸ਼ਾ ਵਿੱਚੋਂ ਪਾਠ ਨੰਬਰ 2 ਪੇਮੀ ਦੇ ਨਿਆਣੇ ਪੜ੍ਹਨ ਜਾ ਰਹੇ ਹਾਂ, ਜੋ ਕਿ ਪੰਨਾ ਨੰਬਰ 4 ਤੇ ਹੈ। ਇਹ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਜੀ ਦੀ ਲਿਖੀ ਹੋਈ ਹੈ। ਆਓ ਅਸੀਂ ਪਹਿਲਾਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਜੀ ਬਾਰੇ ਜਾਣੀਏ, ਜਿਨ੍ਹਾਂ ਦਾ ਜਨਮ 30 ਮਈ 1908 ਵਿੱਚ ਹੋਇਆ। ਉਹਨਾਂ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ। ਉਹਨਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਪੇਮੀ ਦੇ ਨਿਆਣੇ ਉਹਨਾਂ ਦੁਆਰਾ ਲਿਖੀ ਬਾਲ ਮਨੋਵਿਗਿਆਨਿਕ ਕਹਾਣੀ ਹੈ। ਇਹ ਕਹਾਣੀ ਮਾਪਿਆਂ ਦੁਆਰਾ ਬਚਪਨ ਵਿੱਚ ਮਨ ਉੱਪਰ ਪਾਏ ਡਰ ਨੂੰ ਬਿਆਨ ਕਰਦੀ ਹੈ। ਕਹਾਣੀ ਵਿੱਚ ਕਹਾਣੀਕਾਰ ਨੂੰ ਬਚਪਨ ਵਿੱਚ ਆਪਣੀ ਭੈਣ ਨਾਲ ਰੋਜ਼ ਇੱਕ ਡਰਾਉਣੀ ਜਰਨੈਲੀ ਸੜਕ 'ਚੋਂ ਗੁਜ਼ਰਨਾ ਪੈਂਦਾ ਸੀ, ਜਿੱਥੇ ਰਾਹ ਵਿੱਚ ਜਾਂਗਲੀਆਂ, ਪਠਾਨਾਂ, ਰਾਸ਼ੀਆਂ ਦਾ ਡਰ ਉਹਨਾਂ ਨੂੰ ਮਨ ਵਿੱਚ ਖਾਂਦਾ ਸੀ। ਪਰ ਅੰਤ ਵਿੱਚ ਕਿਵੇਂ ਆਪਣੀ ਪੂਰੀ ਮਾਸੂਮੀਅਤ ਨਾਲ ਆਪਣੀ ਮਾਂ ਪੇਮੀ ਦਾ ਨਾਂ ਲੈ ਕੇ ਡਰਾਉਣੀ ਸੜਕ ਪਾਰ ਕਰ ਗਏ। ਜਿਵੇਂ ਤੁਸੀਂ ਜਾਣਦੇ ਹੋ, ਤੁਹਾਡੇ ਮਨ ਵਿੱਚ ਵੀ ਬਚਪਨ ਵਿੱਚ ਐਸੇ ਡਰ ਜ਼ਰੂਰ ਹੋਣਗੇ। ਅੱਜ ਅਸੀਂ ਕਹਾਣੀ ਦਾ ਪੰਨਾ ਨੰਬਰ 3 ਅਤੇ 4 ਪੜ੍ਹਨ ਜਾ ਰਹੇ ਹਾਂ। ਆਓ ਕਹਾਣੀ ਸ਼ੁਰੂ ਕਰਦੇ ਹਾਂ। ਪੇਮੀ ਦੇ ਨਿਆਣੇ। 20 ਕੁ ਸਾਲ ਪਹਿਲਾਂ ਦੀ ਗੱਲ ਹੈ। ਮੈਂ 7 ਕੁ ਵਰ੍ਹੇ ਦਾ ਸਾਂ ਤੇ ਮੇਰੀ ਵੱਡੀ ਭੈਣ 11 ਵਰ੍ਹੇ ਸਾਲ ਦੀ। ਸਾਡਾ ਖੇਤ ਘਰੋਂ ਮੀਲ ਕੁ ਦੀ ਵਿੱਥ ਤੇ ਸੀ, ਫਾਸਲੇ ਤੇ। ਅੱਧ ਵਿਚਕਾਰੋਂ ਇੱਕ ਜਰਨੈਲੀ ਸੜਕ ਲੰਘਦੀ ਸੀ, ਜਿਸ ਵਿੱਚੋਂ ਜਾਂਗਲੀਆਂ, ਪਠਾਨਾਂ, ਰਾਸ਼ੀਆਂ ਤੇ ਹੋਰ ਪਰਦੇਸੀਆਂ ਦਾ ਕਾਫੀ ਲਾਂਘਾ ਹੁੰਦਾ ਸੀ। ਅਸੀਂ ਸਭ ਅਣਜਾਣੇ, ਜਿਨ੍ਹਾਂ ਨੂੰ ਰਾਸ਼ੀਆਂ ਤੋਂ ਘਰ ਬੈਠਿਆਂ ਵੀ ਡਰ ਆਉਂਦਾ ਸੀ। ਇਸ ਸੜਕ ਵਿੱਚੋਂ ਦੀ ਕਿਸੇ ਸਿਆਣੇ ਦੇ ਸਾਥ ਤੋਂ ਬਗੈਰ ਲੰਘਣ ਤੋਂ ਬਹੁਤ ਭੈ ਖਾਂਦੇ ਸਾਂ। ਪਰ ਟੰਟਾ ਇਹ ਸੀ ਕਿ ਇੱਕ ਵੇਲੇ ਬਾਪੂ ਅਤੇ ਕਾਮੇ ਦੀ ਰੋਟੀ ਬਣਾਉਣ ਜ਼ਰੂਰ ਜਾਣਾ ਪੈਂਦਾ ਸੀ ਤੇ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਲ ਘਾਟੀ ਲੰਘਣ ਵਾਲੀ ਹੁੰਦੀ ਸੀ। ਆਓ ਪਿਆਰੇ ਵਿਦਿਆਰਥੀ, ਹੁਣ ਅਸੀਂ ਦੇਖਦੇ ਹਾਂ ਕਿ ਕਹਾਣੀਕਾਰ ਨੇ ਇਸ ਵਿੱਚ ਕੀ ਕਹਿਣਾ ਚਾਹਿਆ ਹੈ, ਕਿ ਕਿਸ ਤਰ੍ਹਾਂ ਬਚਪਨ ਵਿੱਚ ਉਸ ਦੇ ਮਨ ਉੱਪਰ ਮਾਪਿਆਂ ਵੱਲੋਂ ਪਾਏ ਹੋਏ ਡਰ ਬਾਰੇ ਦੱਸ ਰਿਹਾ ਹੈ, ਕਿ ਕਿਸ ਤਰ੍ਹਾਂ ਉਸ ਨੂੰ ਤੇ ਉਸ ਦੀ ਵੱਡੀ ਭੈਣ ਨੂੰ ਦਿਨ ਵਿੱਚ ਇੱਕ ਵਾਰ ਦੁਪਹਿਰ ਵੇਲੇ ਖੇਤ ਵਿੱਚ ਬਾਪੂ ਅਤੇ ਕਾਮੇ ਦੀ ਰੋਟੀ ਲੈ ਕੇ ਜ਼ਰੂਰ ਜਾਣਾ ਪੈਂਦਾ ਸੀ। ਪਰ ਰਾਹ ਵਿੱਚ ਇੱਕ ਸੁੰਨਸਾਨ ਡਰਾਉਣੀ ਸੜਕ 'ਚੋਂ ਲੰਘਣ ਸਮੇਂ ਉਹਨਾਂ ਨੂੰ ਜਾਂਗਲੀਆਂ ਤੋਂ, ਰਾਸ਼ੀਆਂ ਤੇ ਪਠਾਨਾਂ ਤੋਂ ਬਹੁਤ ਡਰ ਲੱਗਦਾ ਸੀ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਵੀ ਮਨ ਵਿੱਚ ਬਚਪਨ ਵਿੱਚ ਜ਼ਰੂਰ ਕੋਈ ਨਾ ਕੋਈ ਡਰ ਹੁੰਦਾ ਹੈ, ਜਿਸ ਕਾਰਨ ਅਤੇ ਦੁਪਹਿਰ ਵੇਲੇ ਜਾਂ ਰਾਤ ਵੇਲੇ ਇਕੱਲੇ ਘਰੋਂ ਬਾਹਰ ਨਿਕਲਣ ਤੋਂ ਡਰਦੇ ਹਾਂ। ਪਰ ਉਹ ਡਰ ਹੋਣ ਦੇ ਬਾਵਜੂਦ ਵੀ ਸਾਨੂੰ ਇਕੱਲੇ ਬਾਹਰ ਜਾਣਾ ਹੀ ਪੈਂਦਾ ਹੈ। ਆਓ ਅਸੀਂ ਅੱਗੇ ਪੜ੍ਹਦੇ ਹਾਂ। ਅਸੀਂ ਆਮ ਤੌਰ 'ਤੇ ਘਰੋਂ ਹੌਸਲਾ ਕਰਕੇ ਇਕੱਲੇ ਹੀ ਤੁਰ ਪੈਂਦੇ, ਪਰ ਜਦ ਸੜਕ 3 ਕੁ ਘੁਮਾਓ ਦੀ ਵਿੱਥ 'ਤੇ ਰਹਿ ਜਾਂਦੀ ਤਾਂ ਨਹਿਰ ਦਾ ਸੂਆ ਟੱਪਣ ਲੱਗੇ ਭਠੋਰਿਆਂ ਵਾਂਗਰ ਖਲੋ ਕੇ ਆਸੇ ਪਾਸੇ ਤੱਕਣ ਲੱਗ ਜਾਂਦੇ, ਭਠੋਰੇ ਮੇਮਨਿਆਂ ਵਾਂਗੂ, ਤਾਂ ਜੋ ਕਿਸੇ ਪਿੰਡੋਂ ਆਉਂਦੇ ਜਾਂਦੇ ਸਿਆਣੇ ਦੀ ਸ਼ਰਨ ਲੈ ਕੇ ਭੈ ਸਾਗਰ ਨੂੰ ਤੁਰਨ ਜੋਗੇ ਹੋ ਜਾਈਏ। ਭੈ ਸਾਗਰ ਡਰਾਉਣੀ ਸੜਕ ਨੂੰ ਕਹਾਣੀਕਾਰ ਨੇ ਆਪਣੇ ਮਨ ਦੀ ਗੱਲ ਨੂੰ ਬਿਆਨ ਕਰਦਿਆਂ ਹੋਇਆ ਦੱਸਿਆ ਹੈ ਕਿ ਕਿਵੇਂ ਉਹ ਪੂਰੀ ਹਿੰਮਤ ਕਰਕੇ ਘਰੋਂ ਤੁਰਦਾ ਪੈਂਦੇ, ਪਰ ਨਹਿਰ ਪਾਰ ਕਰਦਿਆਂ ਹੀ ਮੇਮਨੇ ਵਾਂਗ ਇੱਧਰ ਉੱਧਰ ਤੱਕਦੇ, ਤਾਂ ਜੋ ਪਿੰਡੋਂ ਕੋਈ ਸਿਆਣਾ ਆ ਜਾਵੇ ਤੇ ਉਹਨਾਂ ਨੂੰ ਸੜਕ ਪਾਰ ਕਰਾ ਦੇਵੇ। ਆਓ ਅੱਗੇ ਪੜ੍ਹਦੇ ਹਾਂ। ਸਾਨੂੰ ਧਾਰਮਿਕ ਸਿੱਖਿਆ ਵੀ ਕੁਝ ਇਸ ਕਿਸਮ ਦੀ ਮਿਲ ਰਹੀ ਸੀ ਕਿ ਅਜਿਹੇ ਡਰ ਸਾਡੇ ਸੁਭਾਵਾਂ ਦਾ ਹਿੱਸਾ ਬਣ ਗਏ ਸਨ। ਹਰ ਰੋਜ਼ ਸ਼ਾਮ ਨੂੰ ਅਸੀਂ ਘਰ ਸਿਆਣਿਆਂ ਕੋਲੋਂ ਨਰਕ ਸੁਰਗ ਦੀਆਂ ਕਹਾਣੀਆਂ ਸੁਣਦੇ। ਸੁਰਗ ਤਾਂ ਸਾਨੂੰ ਖੇਡ ਤੋਂ ਬਾਹਰ ਕਿਤੇ ਘੱਟ ਹੀ ਪ੍ਰਾਪਤ ਹੁੰਦਾ, ਪਰ ਨਰਕ ਦੇ ਹਰ ਥਾਂ ਖੁੱਲ੍ਹੇ ਗੱਫੇ ਮਿਲਦੇ। ਸਭ ਤੋਂ ਵੱਡਾ ਨਰਕ ਮਦਰੱਸਾ ਸੀ, ਮਦਰੱਸਾ ਸਕੂਲ, ਤੇ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਦੀ ਰੋਟੀ ਦੇਣ ਜਾਣ ਦਾ ਨਰਕ ਪੇਸ਼ ਆ ਜਾਂਦਾ। ਗੱਲ ਕੀ ਸਾਡੇ ਅਣਜਾਣੇ ਰਾਹ ਦੇ ਹਰ ਇੱਕ ਮੋੜ 'ਤੇ
ਨਰਕ ਜਾਣੋ ਘਾਤ ਲਾਈ ਖਲੋਤਾ ਹੁੰਦਾ। ਖਬਰੇ ਇਸ ਸੜਕ ਦਾ ਭੈ ਸਾਗਰ ਲੰਘਣ ਕਰਕੇ ਸਾਨੂੰ ਖੇਤ ਜਾਣਾ ਨਰਕ ਲੱਗਦਾ ਸੀ, ਜਾਂ ਖੇਤ ਰੋਟੀ ਲੈ ਜਾਣ ਲੱਗੇ ਇਸ ਸੜਕ ਨੂੰ ਲੰਘਣਾ ਪੈਣ ਕਰਕੇ ਇਹ ਸਾਨੂੰ ਭੈ ਸਾਗਰ ਦਿਖਾਈ ਦਿੰਦਾ ਸੀ। ਮੈਂ ਇਸ ਦੀ ਬਾਬਤ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ। ਇਹ ਮੈਨੂੰ ਪਤਾ ਹੈ ਕਿ ਖੇਤ ਸੁਰਗ ਸੀ ਤੇ ਰੋਟੀ ਲੈ ਕੇ ਜਾਣ ਦੀ ਖੇਚਲ ਨਰਕ ਅਤੇ ਜਰਨੈਲੀ ਸੜਕ ਵਿਚਕਾਰਲਾ ਭੈ ਸਾਗਰ। ਆਓ ਅਸੀਂ ਇਸ ਪੈਰੇ ਨੂੰ ਥੋੜ੍ਹਾ ਵਿਸਥਾਰ ਵਿੱਚ ਜਾਣਦੇ ਹਾਂ। ਪਿਆਰੇ ਵਿਦਿਆਰਥੀਓ, ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਆਪਣੇ ਵੱਡਿਆਂ ਕੋਲੋਂ ਅਸੀਂ ਰੋਜ਼ ਨਰਕ ਸਵਰਗ ਦੀਆਂ ਕਹਾਣੀਆਂ ਸੁਣਦੇ ਹਾਂ, ਪਰ ਬੱਚਿਆਂ ਨੂੰ ਸਭ ਤੋਂ ਵੱਡਾ ਨਰਕ ਸਕੂਲ ਲੱਗਦਾ ਹੈ ਤੇ ਖੇਡਣਾ ਸਵਰਗ ਲੱਗਦਾ ਹੈ। ਜੇਕਰ ਜਦੋਂ ਕਿਤੇ ਤੁਹਾਨੂੰ ਸਕੂਲ ਤੋਂ ਛੁੱਟੀ ਹੋ ਵੀ ਜਾਂਦੀ ਹੈ ਤਾਂ ਤੁਹਾਨੂੰ ਘਰਦਿਆਂ ਦੁਆਰਾ ਦਿੱਤੇ ਕੰਮ ਨਰਕ ਲੱਗਦੇ ਹਨ। ਇਸੇ ਤਰ੍ਹਾਂ ਹੀ ਕਹਾਣੀਕਾਰ ਤੇ ਉਸ ਦੀ ਭੈਣ ਨੂੰ ਵੀ ਬਚਪਨ ਵਿੱਚ ਬਾਪੂ ਅਤੇ ਕਾਮੇ ਦੀ ਰੋਟੀ ਲੈ ਕੇ ਖੇਤ ਵਿੱਚ ਜਾਣਾ ਨਰਕ ਲੱਗਦਾ ਸੀ ਤੇ ਖੇਡਣਾ ਸਵਰਗ ਲੱਗਦਾ ਸੀ। ਆਓ ਅਗਲੇ ਪੈਰੇ ਵਿੱਚ ਪੜ੍ਹਦੇ ਹਾਂ। ਸਿਆਲ ਦੇ ਦਿਨ ਸਨ। ਅਸੀਂ ਦੋਵੇਂ ਭੈਣ ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ। ਨਿੱਘੀ ਨਿੱਘੀ ਧੁੱਪ ਪੈ ਰਹੀ ਸੀ ਤੇ ਅਸੀਂ ਟੁਰੇ ਜਾਂਦੇ ਵੀ ਜਾਣੋ ਸਿਆਲ ਦੀ ਧੁੱਪ ਵਿੱਚ ਨੀਂਦ ਦਾ ਨਿੱਘ ਲੈ ਰਹੇ ਸਾਂ, ਪਰ ਦਿਲ ਵਿੱਚ ਸੜਕ ਲੰਘਣ ਦਾ ਡਰ ਚੂਹੇ ਵਾਂਗ ਕੁਤਰ ਰਿਹਾ ਸੀ। ਇਸ ਵਿੱਚ ਕਹਾਣੀਕਾਰ ਨੇ ਆਪਣੇ ਮਨ ਦੀ ਅਵਸਥਾ ਨੂੰ ਬਿਆਨ ਕਰਦਿਆਂ ਦੱਸਿਆ ਹੈ ਕਿ ਕਿਸ ਤਰ੍ਹਾਂ ਸਿਆਲ ਦੀ ਨਿੱਘੀ ਰੁੱਤ ਵਿੱਚ ਉਹ ਘਰੋਂ ਰੋਟੀ ਲੈ ਕੇ ਤੁਰ ਤਾਂ ਪਏ, ਪਰ ਦਿਲ ਵਿੱਚ ਉਸ ਡਰਾਉਣੀ ਸੜਕ ਨੂੰ ਪਾਰ ਕਰਨਾ ਡਰ ਮਨ ਹੀ ਮਨ ਖਾ ਰਿਹਾ ਸੀ। ਆਓ ਅੱਗੇ ਦੇਖਦੇ ਹਾਂ ਅਗਲਾ ਪੈਰਾ। ਅਸੀਂ ਡਰ ਨੂੰ ਦਬਾਉਣ ਦਾ ਇੱਕ ਆਮ ਤਰੀਕਾ ਵਰਤਣਾ ਚਾਹਿਆ। ਭੈਣ ਮੈਨੂੰ ਇੱਕ ਕਹਾਣੀ ਸੁਣਾਉਣ ਲੱਗ ਪਈ। ਇੱਕ ਸੀ ਰਾਜਾ, ਉਹਦੀ ਰਾਣੀ ਮਰ ਗਈ। ਮਰਨ ਲੱਗੀ ਰਾਣੀ ਨੇ ਰਾਜੇ ਨੂੰ ਕਿਹਾ, ਤੂੰ ਮੈਨੂੰ ਇੱਕ ਇਕਰਾਰ ਦੇ। ਰਾਜੇ ਨੇ ਪੁੱਛਿਆ, ਕੀ? ਪਿਆਰੇ ਵਿਦਿਆਰਥੀਓ, ਜਿਵੇਂ ਤੁਸੀਂ ਜਾਣਦੇ ਹੋ ਕਿ ਜਿਵੇਂ ਹਰ ਬੱਚਾ ਆਪਣੇ ਮਨ ਦੇ ਡਰ ਨੂੰ ਦਬਾਉਣ ਲਈ ਕੋਈ ਨਾ ਕੋਈ ਤਰੀਕਾ ਲੱਭਦਾ ਹੈ, ਇਸੇ ਤਰ੍ਹਾਂ ਹੀ ਉਹਨਾਂ ਦੋਹਾਂ ਭੈਣ ਭਰਾਵਾਂ ਨੇ ਆਪਣੇ ਡਰ ਨੂੰ ਦਬਾਉਣ ਲਈ, ਉਸ ਡਰਾਉਣੀ ਸੜਕ ਨੂੰ ਪਾਰ ਕਰਨ ਲਈ ਭੈਣ ਨੇ ਭਰਾ ਨੂੰ ਇੱਕ ਕਹਾਣੀ ਸੁਣਾਉਣ ਦਾ ਤਰੀਕਾ ਲੱਭਿਆ। ਆਓ ਪਿਆਰੇ ਬੱਚੇ, ਹੁਣ ਅਸੀਂ ਪੰਨਾ ਨੰਬਰ 4 'ਤੇ ਪੜ੍ਹਦੇ ਹਾਂ। ਮੈਂ ਕਹਾਣੀ ਵੱਲੋਂ ਧਿਆਨ ਮੋੜ ਕੇ ਪਿਛਾਂਹ ਪਿੰਡ ਵੱਲ ਨੂੰ ਦੇਖਿਆ ਕਿ ਕਿਤੇ ਕੋਈ ਆਦਮੀ ਸਾਡੇ ਰਾਹ ਜਾਣ ਵਾਲਾ ਆ ਰਿਹਾ ਹੋਵੇ। ਤੂੰ ਸੌਂਦਾ ਨਹੀਂ ਵੀਰ? ਵੀਰ ਵੀਰ, ਭੈਣ ਨੇ ਮੇਰੇ ਮੋਢੇ ਨੂੰ ਹਲੂਣ ਕੇ ਆਖਿਆ। ਨਹੀਂ, ਮੈਂ ਸੌਂਦਾ, ਮੈਂ ਭਰਾਵਾਂ ਵਾਲੀ ਗੁਸਤਾਖੀ ਨਾਲ ਜਵਾਬ ਦਿੱਤਾ। ਪਿਆਰੇ ਵਿਦਿਆਰਥੀਓ, ਅੱਗੇ ਪੜ੍ਹਨ ਤੋਂ ਪਹਿਲਾਂ ਆਓ ਅਸੀਂ ਇਸ ਨੂੰ ਥੋੜ੍ਹਾ ਵਿਸਥਾਰ ਨਾਲ ਸਮਝ ਲਈਏ ਕਿ ਕਿਸ ਤਰ੍ਹਾਂ ਭਰਾ ਦੇ ਮਨ 'ਤੇ ਡਰ ਸੀ ਤੇ ਉਸਨੇ ਕਹਾਣੀ ਤੋਂ ਧਿਆਨ ਹਟਾ ਕੇ ਪਿੱਛੇ ਦੇਖਿਆ। ਭਰਾ ਦਾ ਧਿਆਨ ਪਿੱਛੇ ਜਾਂਦਾ ਦੇਖ ਕੇ ਭੈਣ ਨੇ ਕਿਹਾ, ਅੱਛਾ। ਜਦੋਂ ਰਾਣੀ ਮਰਨ ਲੱਗੀ ਤਾਂ ਉਸਨੇ ਰਾਜੇ ਨੂੰ ਸੱਦ ਕੇ ਕਿਹਾ, ਤੂੰ ਮੇਰੇ ਨਾਲ ਕਰਾਰ ਕਰ। ਰਾਜੇ ਨੇ ਪੁੱਛਿਆ, ਕੀ? ਰਾਣੀ ਨੇ ਕਿਹਾ, ਤੂੰ ਹੋਰ ਵਿਆਹ ਨਾ ਕਰਾਈ। ਸੱਚ, ਮੈਂ ਦੱਸਣਾ ਭੁੱਲ ਗਈ, ਰਾਣੀ ਦੇ 2 ਪੁੱਤ ਤੇ ਇੱਕ ਧੀ ਵੀ ਸੀਗੇ। ਕਿ ਕਿਸ ਤਰ੍ਹਾਂ ਭੈਣ ਆਪਣੇ ਭਰਾ ਦੀ ਕਹਾਣੀ ਵਿੱਚ ਦਿਲਚਸਪੀ ਭਰਨ ਲਈ ਉਸ ਤੋਂ ਅੱਗੇ ਹੋਰ ਕਹਾਣੀ ਜੋੜਦੀ ਹੈ ਤੇ ਉਸ ਦਾ ਧਿਆਨ ਡਰਾਉਣੀ ਸੜਕ ਤੋਂ ਹਟਾਉਣ ਲਈ ਉਸ ਨੂੰ ਆਖਦੀ ਹੈ ਕਿ ਰਾਣੀ ਦੇ 2 ਪੁੱਤ ਤੇ ਇੱਕ ਧੀ ਵੀ ਸੀ। ਆਓ ਫਿਰ ਅੱਗੇ ਪੜ੍ਹਦੇ ਹਾਂ। ਸਾਨੂੰ ਰਾਜਾ ਤੇ ਰਾਣੀ ਆਪਣੇ ਮਾਂ ਪਿਓ ਵਰਗੇ ਹੀ ਭਾਸਦੇ ਸਨ। ਜੇ ਸਾਡੀ ਮਾਂ ਮਰਨ ਲੱਗੇ ਤਾਂ ਸਾਡੇ ਪਿਓ ਨੂੰ ਵੀ ਇਹ ਵਚਨ ਦੇਣ ਲਈ ਆਖੇ। ਇਹ ਖਿਆਲ ਸਾਡੇ ਅਚੇਤ ਮਨ ਵਿੱਚ ਕੰਮ ਕਰ ਰਿਹਾ ਹੋਵੇਗਾ। ਮੈਨੂੰ ਉਹ ਧੀ ਆਪਣੀ ਭੈਣ ਲੱਗੀ ਤੇ ਉਹਦਾ ਪੁੱਤ ਆਪਣਾ ਆਪ। ਆਓ ਅਸੀਂ ਇਸ ਨੂੰ ਵਿਸਥਾਰ ਨਾਲ ਸਮਝੀਏ ਕਿ ਕਿਸ ਤਰ੍ਹਾਂ ਕਹਾਣੀ ਸੁਣਦੇ ਸੁਣਦੇ ਦੋਵਾਂ ਭੈਣ ਭਰਾਵਾਂ ਦੇ ਮਨ ਵਿੱਚ ਰਾਜਾ ਅਤੇ ਰਾਣੀ ਆਪਣੀ ਮਾਂ ਪਿਓ ਵਰਗੇ ਪ੍ਰਤੀਤ ਹੋਏ ਤੇ ਕਿਸ ਤਰ੍ਹਾਂ ਉਸ ਰਾਣੀ ਦੀ ਧੀ ਆਪਣੀ ਭੈਣ ਲੱਗੀ ਤੇ ਮੈਂ ਆਪਣਾ ਆਪ ਉਸ ਨੂੰ ਪੁੱਤਰ ਮਹਿਸੂਸ ਕੀਤਾ। ਆਓ ਅੱਗੇ ਦੇਖਦੇ ਹਾਂ। ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ। ਸੁਣਾ ਗਾਹਾਂ, ਮੈਂ ਉਸਨੂੰ ਪਹਿਲੀ ਤਰ੍ਹਾਂ ਹੀ ਖਰਵੇ ਬੋਲਣਾ ਆਖਿਆ। ਰਾਣੀ ਨੇ ਕਿਹਾ, ਬਈ ਮੇਰੇ ਪੁੱਤ ਤੇ ਧੀ ਨੂੰ ਮਤਰੀ ਦੁੱਖ ਦੇਵੇਗੀ। ਭੈਣ ਨੇ ਹੋਰ ਵੀ ਮਿੱਠੀ ਤੇ ਹੋਰ ਵੀ ਤ੍ਰੀਮਤ ਬਣ ਕੇ ਦੱਸਿਆ।
ਇਸ ਲਈ ਉਸਨੇ ਰਾਜੇ ਤੋਂ ਇਹ ਕਰਾਰ ਮੰਗਿਆ। ਰਾਜੇ ਨੇ ਕਿਹਾ, ਚੰਗਾ, ਮੈਂ ਕਰਾਰ ਦਿੰਦਾ ਹਾਂ। ਜਿਵੇਂ ਕਿਤੇ ਜੇ ਰਾਜਾ ਇਹ ਕਰਾਰ ਨਾ ਦਿੰਦਾ ਤਾਂ ਰਾਣੀ ਮਰਨ ਤੋਂ ਨਾ ਕਰ ਦਿੰਦੀ। ਆਓ ਫਿਰ ਇਸ ਪੈਰੇ ਨੂੰ ਅਸੀਂ ਵਿਸਥਾਰ ਨਾਲ ਸਮਝਦੇ ਹਾਂ ਕਿ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਹਰ ਮਾਂ ਨੂੰ ਮਨ ਵਿੱਚ ਇਹ ਡਰ ਹੁੰਦਾ ਹੈ ਕਿ ਜੇ ਉਹ ਮਰ ਗਈ ਤਾਂ ਉਸਦੇ ਬੱਚਿਆਂ ਨੂੰ ਦੂਸਰੀ ਮਤਰੇਈ ਮਾਂ ਦੁੱਖ ਦੇਵੇਗੀ। ਤੇ ਇਹ ਰਾਣੀ ਵੀ ਉਹਨਾਂ ਨੂੰ ਆਪਣੀ ਮਾਂ ਵਰਗੀ ਪ੍ਰਤੀਤ ਹੋ ਰਹੀ ਸੀ, ਜਿਵੇਂ ਉਹ ਆਪਣੇ ਰਾਜੇ ਯਾਨੀ ਕਿ ਉਹਨਾਂ ਦੇ ਪਿਓ ਤੋਂ ਇਕਰਾਰ ਮੰਗ ਰਹੀ ਹੋਵੇ। ਆਓ ਅੱਗੇ ਪੜ੍ਹਦੇ ਹਾਂ। ਭਾਵੇਂ ਅਸੀਂ ਦੋਹਾਂ ਨੇ ਇਹ ਸੁਣਿਆ ਹੋਇਆ ਸੀ ਕਿ ਦਿਨੇ ਕਹਾਣੀਆਂ ਪਾਉਣ ਨਾਲ ਰਾਹੀ ਰਾਹ ਭੁੱਲ ਜਾਂਦੇ ਹਨ, ਅਸਾਂ ਇੱਕ ਦੂਜੇ ਨੂੰ ਇਹ ਚੇਤਾਵਨੀ ਨਾ ਕਰਾਈ ਤੇ ਇਸ ਸੂਝ ਨੂੰ ਆਪਣੇ ਦਿਲਾਂ ਤੇ ਵਿਚਾਰਾਂ ਤੇ ਅਸਰ ਨਾ ਕਰਨ ਦਿੱਤਾ, ਪਰ ਰਾਜੇ ਨੇ ਝੱਟ ਹੀ ਦੂਜਾ ਵਿਆਹ ਕਰਾ ਲਿਆ। ਆਓ ਪਹਿਲਾਂ ਅਸੀਂ ਇਸ ਨੂੰ ਸਮਝੀਏ ਧਿਆਨ ਨਾਲ ਕਿ ਜਿਵੇਂ ਕਿ ਅਸੀਂ ਆਮ ਹੀ ਆਪਣੇ ਵੱਡਿਆਂ ਤੋਂ ਇਹ ਕਹਾਵਤਾਂ ਸੁਣੀਆਂ ਹਨ ਕਿ ਦਿਨ ਵੇਲੇ ਕਹਾਣੀਆਂ ਸੁਣਾਉਣ ਦੇ ਨਾਲ ਰਾਹੀ ਰਾਹ ਭੁੱਲ ਜਾਂਦੇ ਹਨ, ਪਰ ਫਿਰ ਵੀ ਉਹਨਾਂ ਦੋਹਾਂ ਭੈਣ ਭਰਾਵਾਂ ਨੇ ਇਸ ਗੱਲ ਨੂੰ ਆਪਣੇ ਮਨ 'ਤੇ ਅਸਰ ਨਾ ਹੋਣ ਦਿੱਤਾ। ਆਓ ਆਖਿਰ ਵਿੱਚ ਪੜ੍ਹਦੇ ਹਾਂ। ਪਿਛਲੇ ਮੋੜ 'ਤੇ ਸਾਨੂੰ ਇੱਕ ਆਦਮੀ ਆਉਂਦਾ ਦਿਸਿਆ। ਅਸਾਂ ਸੁੱਖ ਦਾ ਸਾਹ ਭਰਿਆ ਤੇ ਉਸ ਨੂੰ ਨਾ ਰਲਾਉਣ ਲਈ ਖਲੋ ਗਏ। ਸਾਡੀ ਬਾਤ ਵੀ ਖਲੋ ਗਈ, ਬਾਤ ਕਹਾਣੀ ਵੀ। ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਸੀ ਤੇ ਸਾਡੇ ਵੱਲ ਨਾ ਮੁੜਿਆ। ਜਿਸ ਮੰਤਵ ਨੂੰ ਪੂਰਾ ਕਰਨ ਲਈ ਇਹ ਬਾਤ ਦਾ ਪਖੰਡ ਰਚਿਆ ਸੀ, ਉਹ ਪੂਰਾ ਨਾ ਹੋ ਸਕਿਆ। ਸਾਡਾ ਖਿਆਲ ਸੀ ਕਿ ਬਾਤ ਦੇ ਰੁਝੇਵੇਂ ਵਿੱਚ ਅਸੀਂ ਅਚੇਤ ਹੀ ਸੜਕ ਪਾਰ ਹੋ ਜਾਵਾਂਗੇ, ਪਰ ਹੁਣ ਜਦ ਸੜਕ ਘੁਮਾਓ 'ਤੇ ਰਹਿ ਗਈ ਸੀ ਤਾਂ ਸਾਡੀ ਕਹਾਣੀ ਵੀ ਠਠੰਬਰ ਹੋ ਗਈ। ਠਠੰਬਰ ਡਰ ਕੇ ਖਲੋ ਗਈ। ਅਸੀਂ ਦੋਵੇਂ ਸਹਿਮ ਕੇ ਖਲੋ ਗਏ। ਪਿਆਰੇ ਵਿਦਿਆਰਥੀਓ, ਆਓ ਇਸ ਨੂੰ ਵਿਸਥਾਰ ਨਾਲ ਸਮਝਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ ਕਿ ਜਿਵੇਂ ਹਰ ਬੱਚਾ ਆਪਣੇ ਮਨ ਦੇ ਡਰ ਨੂੰ ਦਬਾਉਣ ਲਈ ਕੋਈ ਨਾ ਕੋਈ ਤਰੀਕਾ ਲੱਭਦਾ ਹੈ, ਇਸੇ ਤਰ੍ਹਾਂ ਹੀ ਉਹਨਾਂ ਦੋਹਾਂ ਭੈਣ ਭਰਾਵਾਂ ਨੇ ਡਰਾਉਣੀ ਸੜਕ ਨੂੰ ਪਾਰ ਕਰਨ ਲਈ ਭੈਣ ਨੇ ਕਹਾਣੀ ਸੁਣਾਉਣ ਦਾ ਤਰੀਕਾ ਲੱਭਿਆ। ਪਰ ਜਦ ਉਹਨਾਂ ਨੇ ਇੱਕ ਆਦਮੀ ਨੇ ਆਉਂਦਿਆਂ ਦੇਖਿਆ ਤਾਂ ਉਹਨਾਂ ਨੇ ਸੁੱਖ ਦਾ ਸਾਹ ਲਿਆ ਤੇ ਦੋਹਾਂ ਭੈਣ ਭਰਾਵਾਂ ਦੀ ਕਹਾਣੀ ਵੀ ਉੱਥੇ ਹੀ ਰੁਕ ਗਈ, ਕਿਉਂਕਿ ਇਹ ਕਹਾਣੀ ਉਹਨਾਂ ਨੇ ਇਸ ਮੰਤਵ ਨਾਲ ਸ਼ੁਰੂ ਕੀਤੀ ਸੀ ਕਿ ਇਸ ਕਹਾਣੀ ਦੇ ਵਿੱਚ ਰੁੱਝੇ ਉਹ ਡਰਾਉਣੀ ਜਰਨੈਲੀ ਸੜਕ ਪਾਰ ਕਰ ਜਾਣਗੇ। ਪਰ ਜਦ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਚਲਾ ਗਿਆ ਤਾਂ ਉਹਨਾਂ ਦੀ ਕਹਾਣੀ ਵੀ ਉੱਥੇ ਹੀ ਡਰ ਕੇ ਸਹਿਮ ਕੇ ਖਲੋ ਗਈ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਕਹਾਣੀ ਦਾ ਪੰਨਾ ਨੰਬਰ 3 ਤੇ 4 ਪੜ੍ਹਿਆ ਹੈ ਅਤੇ ਇਸ ਪੰਨੇ ਨਾਲ ਸੰਬੰਧਿਤ ਤੁਹਾਨੂੰ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਂਦੇ ਹਨ, ਜਿਨ੍ਹਾਂ ਦਾ ਸਹੀ ਉੱਤਰ ਚੁਣ ਕੇ ਤੁਸੀਂ ਆਪਣੀ ਕਾਪੀ 'ਤੇ ਲਿਖਣਾ ਹੈ। ਪ੍ਰਸ਼ਨ ਨੰਬਰ ਪਹਿਲਾ, ਪੇਮੀ ਦੇ ਨਿਆਣੇ ਕਹਾਣੀ ਦਾ ਲੇਖਕ ਕੌਣ ਹੈ? ਸਹੀ ਲੇਖਕ ਦਾ ਨਾਮ ਲਿਖ ਕੇ ਚੁਣੋ। ਪ੍ਰਸ਼ਨ ਨੰਬਰ 2, ਲੇਖਕ ਅਤੇ ਉਸਦੀ ਭੈਣ ਨੂੰ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ? ਪ੍ਰਸ਼ਨ ਨੰਬਰ 3, ਇਸ ਕਹਾਣੀ ਵਿੱਚ ਲੇਖਕ ਨੇ ਕਿੰਨੇ ਕੁ ਸਾਲਾਂ ਦੀ ਗੱਲ ਕੀਤੀ ਹੈ? ਪ੍ਰਸ਼ਨ ਨੰਬਰ 4, ਭੈਣ ਨੇ ਭਰਾ ਨੂੰ ਕਿਸ ਦੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ? ਪ੍ਰਸ਼ਨ ਨੰਬਰ 5, ਭੈਣ ਤੇ ਭਰਾ ਕਿਹੜੀ ਰੋਟੀ ਲੈ ਕੇ ਖੇਤ ਨੂੰ ਚੱਲੇ ਸਨ?